साडा रिजल्ट 5 साल बाद आया, इन्हां दा 3 महीनों बाद ही आ गया। चलो हुण आपां अगली गल करिए। चंगी नीयत नीति। एयरपोर्ट नूं सरकारी बसां चलाउण दी नीयत नहीं सी कि एक परिवार नूं फायदा देना। इन्हां दी नीयत ते नीति दे विच फर्क सी। मानयोग मुख मंत्री सरदार भगवंत सिंह मान जी दी योग अगवाई दे विच सरकार नेक नीति नाल काम कर रही है, ते जदों नेक नीति नाल काम करिए अकाल पुरख वाहिगुरू परमात्मा नाल खड़ जांदा। दूजी गल मैनूं ये कहा गया बसां दस कित्थे रखियां साहब जी। कोई भी चीज़ तुसीं फड़दे हो, चाहे कोई क्राइम च फड़ी जावे, कासे च फड़ी जावे, उहनूं अगले जमानत ते बेल आउट करा के हर चीज़ नूं बस नूं लै जांदे। कोई मैं आपदे घरे थोड़ी बादलां दी बसां ले के जांदे। मेरी बेनती है, इन्हां ने मगरले 2 महीनों च ट्राई किया, असीं भी पूरे लगातार 3 महीने लगे रहे, 3 महीनों बाद जाके साडी बस चली आ। ये कहण नूं जो मर्जी कही जाण कि ਜਿਹੜੀਆਂ ਬਾਦਲਾਂ ਦੀਆਂ ਬੱਸਾਂ ਫੜੀਆਂ ਉਹ ਕਿੱਥੇ ਆ, ਉਹ ਬੱਸਾਂ ਕਿੱਥੇ ਨੇ ਜਿਹੜੀਆਂ ਫੜੀਆਂ, ਕਿੱਥੇ ਨੇ ਉਹ ਬੱਸਾਂ। ਇਹਨਾਂ ਮਗਰਲੇ ਇਹ ਕਹਿੰਦੇ ਰਾਜਾ ਜੀ ਨੇ ਕੋਸ਼ਿਸ਼ ਕੀਤੀ, ਪਹਿਲੇ 5 ਸਾਲ ਕਿਉਂ ਨਾ ਇਹਨਾਂ ਕੋਸ਼ਿਸ਼ ਕੀਤੀ, ਕਿਉਂ ਨਾ ਕੋਸ਼ਿਸ਼ ਕੀਤੀ। बहुत पुराने वक्त तो प्राइवेट बसां ते गवर्नमेंट दियां बसेस सीधियां दिल्ली दे एयरपोर्ट नूं जांदियां सी। पंजाब दियां सवारियां भी बाहर तो साडे जिहड़े वीर भरा भैणां आंदियां सी वो भी आंदे सन। ये ऑल ऑफ अ सडन सितंबर 2018 दे विच दिल्ली दी सरकार ने इकोदम पंजाब दी रोडवेज दियां बसेस जिहदे विच पैप्सू दियां बसेस ने, पंचसपी आरटीसी दी पाबंदी लगा दित्ती ते तरके दित्ता कि कानून जिहड़ा ये अलाउ नहीं करता बाहरों कोई भी इंटरस्टेट बसेस आंदियां वो सीधे तौर जिहड़ा उत्थे इंटरस्टेट बस टर्मिनल है उत्थों तक ही जा सकती। चलो काम चलता रहा जी, बट हुण चंद दिन पहले तकरीबन 10-15 दिन पहले जलंधर दिल्ली की सरकार फिर आई, ऑल ऑफ अ सडन उन्होंने इजाजत दे दी। मैं ऑनरेबल ट्रांसपोर्ट मंत्री साहब नूं पुछना कि किहड़ा कायदा और कानून का फर्क पिया या कानून तब्दील होया कि असीं तकरीबन 5 साल अपनियां स्टेट दियां बसेस नूं वांझिया रखिया, अपने सवारियां नूं वांझिया रखिया। वट वाज द रीजन? किस कानून के अधीन पहले बंद कीतियां गईयां ते हुण किस कानून के अधीन फिर लागू कीतियां गईयां? नंबर 1। नंबर 2, इहदे विच सालाना घाटा सानूं किन्ना पिया ते प्राइवेट बसेस नूं किन्ना फायदा होया ते सवारियां जिहड़ियां बाहरों अंदरों आंदियां ਉਹਨਾਂ ਨੂੰ ਕਿੰਨਾ ਖਰਚਾ ਦੇਣਾ। ਚੇਅਰ ਨੂੰ ਐਡਰੈਸ ਕਰੋ ਜੀ। ਵਧਾਈ ਤਾਂ ਦੇ ਦਿਓ ਚਲਾਉਣ ਦੀ। ਮੈਂ ਕਹਿੰਦਾ ਜੀ ਬਹੁਤ ਬਹੁਤ ਮੁਬਾਰਕਾਂ ਜੀ, ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਜੀ ਮੰਤਰੀ ਜੀ। ਬਹੁਤ ਇੱਕ ਮਾਨਯੋਗ ਸਪੀਕਰ ਸਾਹਿਬ, ਮਾਨਯੋਗ ਸੁਪਰੀਮ ਕੋਰਟ ਵੱਲੋਂ ਹਦਾਇਤ ਸੀ ਕਿ ਬੱਸਾਂ ਇੰਟਰਸਟੇਟ ਬੱਸ ਟਰਮੀਨਲ ਤੇ ਹੀ ਰੁਕਣਗੀਆਂ। GMR ਇਨਫਰਾ ਨਾਂ ਦੀ ਕੰਪਨੀ ਨੇ 에ਅਰਪੋਰਟ ਬਣਾਇਆ, ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਸਾਡੀ ਦਿੱਲੀ ਦੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦੀ ਸਰਕਾਰ ਨੇ ਮਨਜ਼ੂਰੀ ਲਈ ਹੈ। ਤੇ ਜਿਹੜੀ ਗੱਲ ਮਾਨਯੋਗ LOP ਸਾਹਿਬ ਨੇ ਕੀਤੀ, ਇਹਨਾਂ ਦੀ 에ਅਰਪੋਰਟ ਨੂੰ ਸਰਕਾਰੀ ਬੱਸਾਂ ਚਲਾਉਣ ਦੀ ਨੀਅਤ ਨਹੀਂ ਸੀ ਕਿ ਇੱਕ ਪਰਿਵਾਰ ਨੂੰ ਫਾਇਦਾ ਦੇਣਾ। ਇਹਨਾਂ ਦੀ ਨੀਅਤ ਤੇ ਨੀਤੀ ਦੇ ਵਿੱਚ ਫਰਕ ਸੀ। ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਵਿੱਚ ਸਰਕਾਰ ਨੇਕ ਨੀਤੀ ਨਾਲ ਕੰਮ ਕਰ ਰਹੀ ਹੈ, ਤੇ ਜਦੋਂ ਨੇਕ ਨੀਤੀ ਨਾਲ ਕੰਮ ਕਰੀਏ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨਾਲ ਖੜ ਜਾਂਦਾ। ਧੰਨਵਾਦ ਜੀ। ਬਾਜਵਾ ਜੀ ਦਾ ਕੁਐਸਚਨ ਹੈ ਜੀ। ਬਾਜਵਾ ਜੀ ਦਾ ਕੁਐਸਚਨ। ਅਕਾਲ ਪੁਰਖ ਤੇ ਬਹੁਤ ਇਹਨਾਂ ਦਾ ਵਿਸ਼ਵਾਸ ਹੈ, ਸਾਡਾ ਵੀ ਹੈ। ਸਾਡਾ ਰਿਜ਼ਲਟ 5 ਸਾਲਾਂ ਬਾਅਦ ਆਇਆ, ਇਹਨਾਂ ਦਾ 3 ਮਹੀਨਿਆਂ ਬਾਅਦ ਹੀ ਆ ਗਿਆ। ਚਲੋ ਹੁਣ ਆਪਾਂ ਅਗਲੀ ਗੱਲ ਕਰੀਏ। ਚੰਗੀ ਨੀਅਤ ਨੀਤੀ, ਚੰਗੀ ਨੇਕ ਨੀਤੀ। ਚੇਅਰ ਨੂੰ ਐਡਰੈਸ ਕਰੋ ਜੀ। ਚੇਅਰ ਨੂੰ ਚੰਗੀ ਨੇਕ ਨੀਤੀ ਦੀ ਗੱਲ ਕਰੀਏ। ਤੁਸੀਂ ਇਹ ਮੈਨੂੰ ਦੱਸੋ। ਚੇਅਰ ਨੂੰ ਐਡਰੈਸ ਕਰੋ। ਇੱਕ ਮਿੰਟ, ਹੁਣ ਆਪਾਂ ਉੱਥੇ ਗੱਲ ਚੇਅਰ ਨੂੰ ਐਡਰੈਸ ਕਰੋ। ਚੇਅਰ 2 ਮਿੰਟ ਗੱਲ ਕਰ। 2 ਮਿੰਟ ਨਾ, ਇਹ ਨਹੀਂ, ਦਿਸ ਇਜ਼ ਨੋ ਬੈਠੋ। ਮੈਨੂੰ ਨਾ ਤੁਸੀਂ ਫਿਰ ਵੇਖੋ, ਜਿਹੋ ਜਿਹਾ ਤੁਸੀਂ ਜਵਾਬ ਦਿੰਦੇ ਹੋ ਉਹਦਾ ਸੁਣਦੀ ਹੱਥ ਵੀ ਪਾਓ। ਉਹ ਸੁਣਦੀ ਹੱਥ ਆਪਣਾ ਬਾਜਵਾ ਜੀ ਮੈਨੂੰ ਵੇਖੋ, ਪੰਜਾਬ ਦੇ ਲੋਕ ਇਹਦਾ ਜਵਾਬ ਲੈਣਾ ਚਾਹੁੰਦੇ। ਬਾਜਵਾ ਜੀ ਮਾਜਰਾ ਜੀ ਬੈਠੋ ਜੀ। ਬੈਠੋ ਸਾਰੇ 2 ਮਿੰਟ 1 ਮਿੰਟ ਜੀ ਬੈਠੋ। ਕਿਹੜੇ ਕਾਇਦੇ ਕਾਨੂੰਨ ਦੀ ਮੈਂ ਤੁਹਾਨੂੰ ਪੁੱਛਣਾ ਚਾਹਨਾ, ਕਿਹੜੇ ਕਾਇਦੇ ਸਾਡੇ ਰਾਜਾ ਵੜਿੰਗ ਜੀ ਟਰਾਂਸਪੋਰਟ ਮਿਨਿਸਟਰ ਤੁਹਾਡੇ LOP ਸਾਹਿਬ ਨੂੰ ਮਿਲ ਕੇ ਆਏ? ਚੇਅਰ ਨੂੰ ਐਡਰੈਸ ਕਰੋ ਜੀ। ਸਾਡੇ ਜਿਹੜੇ ਟਰਾਂਸਪੋਰਟ ਮਿਨਿਸਟਰ, ਫਾਰਮਰ ਟਰਾਂਸਪੋਰਟ ਮਿਨਿਸਟਰ ਰਾਜਾ ਜੀ ਵੜਿੰਗ ਸਾਹਿਬ ਮਿਲ ਕੇ ਆਏ ਕੇਜਰੀਵਾਲ ਸਾਹਿਬ ਨੂੰ। ਸਾਡੀ ਗਵਰਨਮੈਂਟ ਨੇ ਵਾਰੀ-ਵਾਰੀ ਲਿਖਿਆ, ਵੀ ਵਿਲ ਡਿਨਾਈਡ ਦਿਸ।
ਐਂਡ ਕਾਇਦੇ ਕਾਨੂੰਨ ਤੋਂ ਬਾਵਜੂਦ ਵੀ ਡਿਨਾਈ ਕਰਨ ਤੋਂ ਬਾਅਦ ਹੁਣ ਤੁਸੀਂ ਆਲ ਆਫ ਅ ਸਡਨ ਕੋਈ ਇਹੀ ਗੱਲ ਕਹਿਤੀ ਹੈ ਕੁਐਸਚਨ ਪੁੱਛੋ। ਹਾਂਜੀ ਕੁਐਸਚਨ ਪੁੱਛੋ। ਇਹੀ ਕੁਐਸਚਨ ਹੈ ਕਿ ਤੁਸੀਂ 5 ਕਰੋੜ ਰੁਪਈਆ ਸਾਲ ਦਾ ਘਾਟਾ 50 ਸਾਲਾਂ 'ਚ 25 ਕਰੋੜ ਰੁਪਈਆ ਪੰਜਾਬ ਨੂੰ ਘਾਟਾ ਪਿਆ 75 ਤੋਂ 80 ਕਰੋੜ ਰੁਪਈਆ ਪੰਜਾਬੀਆਂ ਨੇ ਆਪਣੀ ਜੇਬ ਚੋਂ ਕਰਾਇਆ ਐਕਸਟਰਾ ਖਰਚਿਆ। ਇਹ ਦੱਸੋ ਨੀਤੀ ਕਿਸ ਤਰ੍ਹਾਂ ਬਦਲੀ ਤਾਂ ਕਿੱਦਣ ਬਦਲੀ? ਇੱਕ ਮਿੰਟ ਜੀ ਸਾਨੂੰ ਇਹ ਦੱਸੋ ਕਿੱਦਣ ਤੁਸੀਂ ਇੰਟਰਨੈਸ਼ਨਲ ਜਿਹੜੇ 에ਅਰਪੋਰਟ ਵਾਲੀ ਰਨ ਕਰਨ ਵਾਲਾ ਤੁਸੀਂ ਕਿੱਦਣ ਉਹਨਾਂ ਕੋਲ ਇਜਾਜ਼ਤ ਲਈ ਮੈਨੂੰ ਉਹ ਵਿਖਾਓ ਆਪਣਾ ਆਰਡਰ। ਮੈਨੂੰ ਆਰਡਰ ਇੱਥੇ ਪੇਸ਼ ਕੀਤਾ ਮੀਤ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਮੈਂ ਸਰ ਇਹਦਾ ਜਵਾਬ ਨਹੀਂ ਦੇਣਾ। ਟਰਾਂਸਪੋਰਟ ਵਾਲਾ ਮੈਂ ਜਵਾਬ ਨਹੀਂ ਦਿੰਦਾ ਸਰ। ਠੀਕ ਹੈ, ਮੰਤਰੀ ਜੀ ਜਵਾਬ ਦੇਣਗੇ। ਸਰ ਮੰਤਰੀ ਜੀ ਜਵਾਬ ਦੇਣਗੇ। ਲਾਲਜੀਤ ਜੀ ਭੁੱਲਰ ਸਾਹਿਬ ਜਵਾਬ ਦੇਣਗੇ। ਵੇਖੋ ਮਾਨਯੋਗ ਸਪੀਕਰ ਸਾਹਿਬ, ਇਹਨਾਂ ਨੇ ਮਗਰਲੇ 2 ਮਹੀਨਿਆਂ 'ਚ ਟਰਾਈ ਕੀਤਾ। ਅਸੀਂ ਵੀ ਪੂਰੇ ਲਗਾਤਾਰ 3 ਮਹੀਨੇ ਲੱਗੇ ਰਹੇ ਤੇ 3 ਮਹੀਨਿਆਂ ਬਾਅਦ ਜਾ ਕੇ ਸਾਡੀ ਬੱਸ ਚੱਲੀ ਆ। ਇਹ ਕਹਿਣ ਨੂੰ ਜੋ ਮਰਜ਼ੀ ਕਹੀ ਜਾਣ, ਇਹਨਾਂ ਐਂਡ ਤੇ ਆ ਕੇ ਟਰਾਈ ਕੀਤੀ। ਉਹ ਇਹਨਾਂ ਦਾ ਜਿਹੜਾ ਹੀ ਸਿਆਸਤ ਦਾ ਸਟੰਟ ਸੀ। ਜਿਵੇਂ ਧਾਰੀਵਾਲ ਸਾਹਿਬ ਨੇ ਕੱਲ ਭਾਵੇਂ ਮਜ਼ਾਕੀਆ ਲਹਿਜੇ 'ਚ ਕਿਹਾ ਕਿ ਜਿਹੜੀਆਂ ਬਾਦਲਾਂ ਦੀਆਂ ਬੱਸਾਂ ਫੜੀਆਂ ਉਹ ਕਿੱਥੇ ਆ? ਉਹ ਬੱਸਾਂ ਕਿੱਥੇ ਨੇ ਜਿਹੜੀਆਂ ਫੜੀਆਂ? ਕਿੱਥੇ ਨੇ ਉਹ ਬੱਸਾਂ? ਇਹ ਜੇ ਗੱਲ ਕਰਦੇ 2018 ਦੀ, ਇਹਨਾਂ ਮਗਰਲੇ ਇਹ ਕਹਿੰਦੇ ਰਾਜਾ ਜੀ ਨੇ ਕੋਸ਼ਿਸ਼ ਕੀਤੀ। ਪਹਿਲੇ 5 ਸਾਲ ਕਿਉਂ ਨਾ ਇਹਨਾਂ ਕੋਸ਼ਿਸ਼ ਕੀਤੀ? ਕਿਉਂ ਨਾ ਕੋਸ਼ਿਸ਼ ਕੀਤੀ? ਰੌੜੀ ਜੀ ਸਰ ਮੇਰੀ ਤੁਹਾਡਾ ਹੋ ਗਿਆ ਜੀ, 2 ਹੋ ਗਏ। ਸਰ ਮੇਰੀ ਬੇਨਤੀ, ਤੁਹਾਡੇ 2 ਹੋ ਗਏ। ਸਰ ਮੇਰੀ ਬੇਨਤੀ, ਇੱਕ ਮਿੰਟ ਵੀਰ ਜੀ, ਰਾਜਾ ਜੀ ਇੱਕ ਮਿੰਟ ਬੇਨਤੀ ਸੁਣ ਜੀ। ਸਰ ਮੇਰੀ ਬੇਨਤੀ, ਸਰ ਹਾਊਸ ਦੀ ਮਰਿਆਦਾ ਨੂੰ ਕਾਇਮ ਰੱਖਿਆ ਜਾਵੇ। ਇਹ ਬੜੇ ਕੁਐਸਚਨ ਸਰ ਰਹਿੰਦੇ ਸਾਡੇ, ਡਿਸਕਸ਼ਨ ਬੜੀ ਹੋ ਜਾਣੀ ਲੰਬੀ, ਕਿਉਂ ਆਪਾਂ ਕਰਨਾ ਜੀ? ਬੈਠੋ ਰਾਜਾ ਜੀ ਸਪਲੀਮੈਂਟਰੀ ਹੈ ਤੁਹਾਡੀ ਰਾਜਾ ਜੀ? ਕੋਈ ਸਰ ਮੈਂ ਸਪਲੀਮੈਂਟਰੀ ਲੈਣੀ ਹੈ? ਹਾਂਜੀ ਲੈਣੀ ਹੈ ਸਰ। ਲਓ ਫਿਰ ਬੋਲੋ। ਬੋਲਣ ਹੀ ਨਹੀਂ ਦੇ ਰਹੇ ਨਾ। ਬੋਲੋ ਜੀ। ਨਹੀਂ ਬੈਠੋ ਜੀ, ਬੈਠੋ। ਸਪੀਕਰ ਸਾਹਿਬ ਜੀ, ਮੈਂ ਤੁਹਾਡੀ ਮਾਰਫਤ ਮੰਤਰੀ ਸਾਹਿਬ ਨੂੰ ਪੁੱਛਣਾ ਚਾਹਣਾ ਹੈ, ਜੋ ਬਾਜਵਾ ਸਾਹਿਬ ਨੇ ਪੁੱਛਿਆ। ਇਹਨਾਂ ਨੇ ਇਹ ਗੱਲ ਕਹੀ ਕਿ ਸਨਮਾਨਯੋਗ ਸੁਪਰੀਮ ਕੋਰਟ ਨੇ ਬੱਸਾਂ ਬੰਦ ਕੀਤੀਆਂ ਸਨ। ਕਿ ਇਹ ਹਾਊਸ ਦੇ ਵਿੱਚ ਕੋਈ ਐਸੀ ਜਿਹੜੀ ਸੁਪਰੀਮ ਕੋਰਟ ਨੇ ਬੰਦ ਕੀਤੀ ਜਾਂ ਹੁਣ ਉਹਨੂੰ ਖੋਲ ਦਿੱਤਾ ਗਿਆ? ਕਿਉਂਕਿ ਸੁਪਰੀਮ ਕੋਰਟ ਨੇ ਜੇ ਬੰਦ ਕੀਤਾ, ਹਦਾਇਤ ਉਹਨਾਂ ਤੋਂ ਲਈ ਹੋਣੀ ਹੈ ਖੋਲਣ ਵਾਸਤੇ, ਕੋਈ ਦਿਸ਼ਾ ਨਿਰਦੇਸ਼ ਲਿਆਉਣਾ। ਇੱਕ ਤਾਂ ਉਹ ਚਿੱਠੀ ਇਹ ਹਾਊਸ ਤੇ ਟੇਬਲ ਕਰਨਗੇ। ਦੂਜੀ ਗੱਲ 13 ਵਾਰ ਔਨ ਰਿਕਾਰਡ ਹੈ ਸਪੀਕਰ ਸਾਹਿਬ, ਇਹ 10 ਦਿਨ ਉਹ ਫਾਈਲ ਲੈ ਆਉਣ। ਵੱਖ-ਵੱਖ ਮੰਤਰੀਆਂ ਨੇ 13 ਦਫਾ 13 ਚਿੱਠੀਆਂ ਲਿਖੀਆਂ, ਚਾਹੇ ਉਹ ਮੇਰੇ ਤੋਂ ਪਹਿਲਾਂ ਰਹੇ ਮੰਤਰੀ ਸਨ, ਚਾਹੇ ਬਾਅਦ ਦੇ ਵਿੱਚ। ਮੈਂ 에ਅਰਪੋਰਟ ਅਥਾਰਟੀ ਨੂੰ ਚਿੱਠੀ ਲਿਖੀ, ਜੋਤੀ ਰਾਜੇ ਸਿੰਧੀਆ ਜੀ ਨੂੰ, ਉਹਦਾ ਜਵਾਬ ਆਇਆ, ਔਨ ਰਿਕਾਰਡ ਹੈ, ਔਨ ਫਾਈਲ ਹੈ, ਕਿ ਦਿੱਲੀ ਸਟੇਟ ਨਾਲ ਗੱਲ ਕਰੋ। ਦਿੱਲੀ ਸਟੇਟ ਜਦ ਚਾਵੇ ਉਹ ਬੱਸਾਂ ਚਲਾ ਸਕਦੀ ਹੈ। ਬੱਸਾਂ ਹੁਣ ਆਪਦੀ ਮਨਮਰਜ਼ੀ ਨਾਲ ਜਿਹੜੀਆਂ ਚਲਾਈਆਂ ਗਈਆਂ, ਇਹਦੇ ਚ ਘਾਟੇ ਦੀ ਗੱਲ ਤੁਸੀਂ ਘੱਟ ਦੱਸਦਾ। ਇੱਕ ਮਿੰਟ ਸਪੀਕਰ ਸਾਹਿਬ, ਸਵਾਲ ਤਾਂ ਪੁੱਛ ਲਓ। ਮੈਂ ਤੁਹਾਡੇ ਰਾਹੀਂ ਮੈਂ ਪੁੱਛਣਾ ਚਾਹੁੰਦਾ ਕਿ ਸੁਪਰੀਮ ਕੋਰਟ ਦੀ ਕੋਈ ਚਿੱਠੀ, ਕੋਈ ਦਿੱਲੀ 에ਅਰਪੋਰਟ ਅਥਾਰਟੀ ਦੀ ਚਿੱਠੀ ਵੀ ਅਸੀਂ ਤੁਹਾਨੂੰ ਨਹੀਂ ਚਲਾਉਣ ਦੇਾਂਗੇ ਬੱਸ। ਦੂਜੀ ਗੱਲ, ਮੈਨੂੰ ਇਹ ਕਿਹਾ ਗਿਆ ਬੱਸਾਂ 10 ਕਿੱਥੇ ਰੱਖੀਆਂ? ਸਾਹਿਬ ਜੀ, ਕੋਈ ਵੀ ਚੀਜ਼ ਤੁਸੀਂ ਫੜਦੇ ਹੋ, ਚਾਹੇ ਕੋਈ ਕ੍ਰਾਈਮ ਚ ਫੜੀ ਜਾਵੇ, ਕਾਸੇ ਚ ਫੜੀ ਜਾਵੇ, ਉਹਨੂੰ ਅਗਲੇ ਜ਼ਮਾਨਤ ਤੇ ਬੇਲ ਆਊਟ ਕਰਾ ਕੇ ਹਰ ਚੀਜ਼ ਨੂੰ ਬੱਸ ਨੂੰ ਲੈ ਜਾਂਦੇ। ਕੋਈ ਮੈਂ ਆਪਦੇ ਘਰੇ ਥੋੜੀ ਬਾਦਲਾਂ ਦੀਆਂ ਬੱਸਾਂ ਲੈ ਕੇ ਜਾਂਦੀਆਂ ਸੀ। ਮੇਰੀ ਬੇਨਤੀ ਹੈ ਕਿਰਪਾ ਕਰਕੇ ਮੰਤਰੀ ਸਾਹਿਬ ਐਸੀ ਕੋਈ ਚੀਜ਼ ਦਾ ਸਬੂਤ ਦੇਣ ਕਿ 5 ਸਾਲ। ਠੀਕ ਹੈ ਰਾਜਾ ਜੀ, ਠੀਕ ਹੈ। ਮੰਤਰੀ ਜੀ ਜਵਾਬ ਦੇ ਰਹੇ ਜੀ, ਬਾਜਵਾ ਜੀ ਜਵਾਬ ਦੇ ਰਹੇ ਹੋ। Let him reply. Don't jump to the judgment, sir. Please don't jump to the judgment. Let him reply. Please sit down. बैठो।
ਮੈਂ ਮੰਤਰੀ ਜੀ ਜਵਾਬ ਦੇ ਦਿਓ। ਬੈਠੋ ਜੀ ਫਿਰ, ਉਹ ਬੈਠ ਜਾਓ। ਜੇ ਤੁਸੀਂ ਬੈਠੋਗੇ ਤਾਂ ਠੀਕ ਹੈ। ਰਾਜਾ ਜੀ ਬੈਠ ਜਾਓ ਜੀ। ਅਮਨ ਜੀ, ਸਪੀਕਰ ਸਾਹਿਬ ਉਹ ਕੁਝ ਕਹਿਣਾ ਚਾਹੁੰਦੇ ਆ। ਉਹ ਇੱਕ ਮੇਰਾ ਇੱਕ ਮਿੰਟ, ਮੈਂ ਕਿਉਂ ਨਹੀਂ ਖੜਾ ਸਕਦਾ? ਮੈਂ ਮੈਂਬਰ ਵਜੋਂ, ਸਪੀਕਰ ਸਾਹਿਬ ਮੈਂ ਮੈਂਬਰ ਵਜੋਂ ਗੱਲ ਨਹੀਂ ਕਰ ਸਕਦਾ। ਉਹ ਸਪਲੀਮੈਂਟਰੀ ਲੈ ਸਕਦੇ? ਇੱਕ ਮਿੰਟ ਨਹੀਂ, he can avail the supplementary also. ਬਾਜਵਾ ਸਾਹਿਬ, He can avail the supplementary. ਬਾਜਵਾ ਸਾਹਿਬ, He can avail the ਬਾਜਵਾ supplementary. ਸਾਹਿਬ, Minister will reply. ਮੈਂ ਨਾ ਸਰਕਾਰ ਵੱਲੋਂ ਨਾ ਮਿਨਿਸਟਰ ਵੱਲੋਂ ਮੈਂ ਮੈਂਬਰ He will reply. He will reply. ਸਪੀਕਰ He will ਸਾਹਿਬ, reply. ਸਪੀਕਰ ਸਾਹਿਬ, He will reply. Let him take a supplementary. Let him take a supplementary. ਸਪੀਕਰ ਸਾਹਿਬ ਜੀ, ਸਪੀਕਰ ਸਾਹਿਬ, let him take a supplementary. ਇਕੱਠਾ ਜਵਾਬ ਦੇ ਦੇਣਗੇ। ਇੱਕ ਮਿੰਟ, ਉਹ ਇਕੱਠਾ ਜਵਾਬ ਦੇ ਦੇਣਗੇ। ਸਰਕਾਰ ਵੱਲੋਂ ਮੈਂ ਸਰ ਮੈਂ ਐਜ਼ ਏ ਮੈਂਬਰ ਉਹ ਇਕੱਠਾ ਦੇਣਗੇ ਜਵਾਬ। ਉਹ ਇਕੱਠਾ ਜਵਾਬ ਦੇ ਦੇਣਗੇ। ਸਪੀਕਰ ਸਾਹਿਬ, ਉਹ ਦੇ ਦੇਣਗੇ ਜਵਾਬ। ਸਪੀਕਰ ਸਾਹਿਬ, ਸਪੀਕਰ ਸਾਹਿਬ, ਮੈਂ ਸਾਰੇ ਮਾਨਯੋਗ ਮੈਂਬਰਾਂ ਨੂੰ ਬੇਨਤੀ ਹੈ ਕਿ ਆਪਣੀ ਆਪਣੀ ਸੀਟਾਂ ਤੇ ਬੈਠ ਜਾਣ। ਜੋ ਵੀ ਕੋਈ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਹੈ, ਰਿਕਾਰਡ ਨਾ ਕੀਤਾ ਜਾਵੇ। ਬਾਜਵਾ ਸਾਹਿਬ, ਮੈਂ ਕਿਹੜਾ ਜਵਾਬ ਦੇ ਰਿਹਾ? ਮੈਂ ਨਾ ਬਾਜਵਾ ਜੀ, ਨਾ ਮੈਂ ਸਰਕਾਰ ਬਾਜਵਾ ਜੀ, ਵੱਲੋਂ। ਬਾਜਵਾ ਜੀ, ਇੱਕ ਮਿੰਟ ਜੀ, ਇੱਕ ਮਿੰਟ ਅਮਨ ਜੀ, ਇੱਕ ਮਿੰਟ ਅਮਨ ਜੀ। ਕੀ ਮੰਤਰੀ ਇਹਨਾਂ ਦੀ ਸਪਲੀਮੈਂਟਰੀ ਨਾਲ ਲੈ ਕੇ ਜਵਾਬ ਨਹੀਂ ਦੇ ਸਕਦੇ? Sir, you have exhausted your two of your supplementaries. You have exhausted your. This is not a debate. You can have two supplementary. You have availed it. ਮੰਤਰੀ ਜੀ ਜਵਾਬ ਦਿਓ। ਬੈਠੋ ਬੈਠੋ। ਮਾਨਯੋਗ ਸਪੀਕਰ ਸਾਹਿਬ, ਪਹਿਲਾਂ ਤੇ ਮੈਂ ਸਾਬਕਾ ਟਰਾਂਸਪੋਰਟ ਮੰਤਰੀ ਜੀ ਦੀ ਇਸ ਗੱਲ ਦਾ ਜਵਾਬ ਦੇਣਾ। ਇਹ ਕਹਿੰਦੇ ਵੀ ਬੱਸਾਂ ਛੁੱਟ ਜਾਣੀਆਂ। ਇਹ ਜਦੋਂ ਲਾਈਵ ਹੋ ਕੇ ਕਹਿੰਦੇ ਰਹੇ ਕਿ ਮੈਂ ਬੱਸਾਂ ਪੱਕੀਆਂ ਬੰਦ ਕਰੂੰਗਾ, ਉਦੋਂ ਕਿਉਂ ਕਹਿੰਦੇ ਰਹੇ? ਇਹ ਕਹਿੰਦੇ ਬੱਸਾਂ ਪੱਕੀਆਂ ਬੰਦ ਹੋਣਗੀਆਂ। ਉਹਦੇ ਬਾਅਦ ਇਹ ਜਿਹੜੀ ਐਕਸਟੈਂਸ਼ਨ ਲੈਣੀ ਸੀ ਉਹ ਲਈ ਨਾਲ ਦਿੱਲੀ ਗਵਰਨਮੈਂਟ ਤੋਂ ਇਹਨਾਂ ਕਦੀ ਪਰਮਿਟ ਮੰਗੇ? ਅਸੀਂ ਜਿੰਨੀਆਂ ਬੱਸਾਂ ਚਲਾਈਆਂ ਨਾਲ ਦਿੱਲੀ ਗਵਰਨਮੈਂਟ ਤੋਂ ਉੱਥੋਂ ਪਰਮਿਟ ਲੈ ਕੇ ISBT ਤੋਂ ਮਨਜ਼ੂਰੀ ਲੈ ਕੇ ਉੱਥੇ ਬੱਸਾਂ ਭੇਜੀਆਂ ਜੀ। ਠੀਕ। ਇਹ ਅੱਗੇ ਤੁਸੀਂ ਵੱਖਰਾ ਸਵਾਲ ਲਾ ਦਿਓ। ਤੁਸੀਂ ਵੱਖਰਾ ਸਵਾਲ ਲਾ ਦਿਓ, ਫਲੋਰ ਆਫ ਦੀ ਹਾਊਸ ਆ ਜਾਏਗਾ। ਬਿਲਕੁਲ। ਅਗਲਾ ਸਵਾਲ। ਬੈਠੋ 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 ਬੈਠੋ। ਤੁਸੀਂ ਚਲੋ, ਤੁਸੀਂ ਬੈਠੋ। ਹੁਣ ਅਗਲਾ ਸਵਾਲ ਸ਼੍ਰੀ ਗੁਰਲਾਲ ਸਿੰਘ। ਸਵਾਲ ਨੰਬਰ 310 ਜੀ। ਸ਼੍ਰੀ ਬ੍ਰਹਮ ਸ਼ੰਕਰ ਜਲ ਸਰੋਤ ਮੰਤਰੀ। ਬੈਠੋ ਜੀ, ਬੈਠੋ ਸਰ, ਬੈਠੋ। ਹੋ ਗਿਆ ਬ੍ਰਹਮ ਸ਼ੰਕਰ। ਨਹੀਂ ਜੀ ਨਹੀਂ, ਇਹ ਕੁਐਸਚਨ ਆ ਰਿਹਾ, ਤੁਸੀਂ ਬੈਠੋ। ਨਹੀਂ ਹੋ ਗਿਆ। ਅਗਲੀ ਸਪਲੀਮੈਂਟਰੀ ਲਓ। ਨੈਕਸਟ ਬ੍ਰਹਮ ਸ਼ੰਕਰ ਜਿੰਪਾ ਜੀ। ਉਹਨਾਂ ਦੇ ਸਵਾਲ ਦਾ ਜਵਾਬ ਆਉਣ ਤੇ ਤੁਹਾਨੂੰ ਸਪਲੀਮੈਂਟਰੀ ਮਿਲ ਜਾਏਗੀ। ਬੈਠੋ ਤੁਸੀਂ, ਬੈਠੋ 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 ਬੈਠੋ। ਮੰਤਰੀ ਜੀ ਬੈਠੋ। ਉਹ ਖਹਿਰਾ ਸਾਹਿਬ, ਤੁਹਾਡੀ ਨੀਅਤ ਨਹੀਂ ਸੀ ਚਲਾਣ ਦੀ। ਬੈਠੋ ਬੈਠੋ ਬੈਠੋ। ਮੈਂ ਸਾਰੇ ਮਾਨਯੋਗ ਮੈਂਬਰ ਸਾਹਿਬਾਨਾਂ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਸੀਟ ਤੇ ਬੈਠ ਜਾ। ਰਾਜਾ ਜੀ।